Hello students, good morning. I'm Sukhwinder Kaur, Assistant Professor, Department of Economics, GGDST College हरियाणा हुशियारपुर। ਅੱਜ ਮੈਂ ਤੁਹਾਨੂੰ ਅਰਿਥਮੈਟਿਕ ਮੀਨ ਡਿਸਕ੍ਰੀਟ ਤੇ ਕੰਟੀਨਿਊਸ ਸੀਰੀਜ਼ ਦੇ ਵਿੱਚ ਅਸੀਂ ਅਰਿਥਮੈਟਿਕ ਮੀਨ ਨੂੰ ਕਿਸ ਤਰ੍ਹਾਂ ਕੈਲਕੂਲੇਟ ਕਰਦੇ ਹਾਂ ਇਹ ਕਰਵਾਉਣ ਜਾ ਰਹੀ ਹਾਂ। ਅਰਿਥਮੈਟਿਕ ਮੀਨ ਜਿਸ ਦੇ ਬਾਰੇ ਅਸੀਂ ਕੱਲ੍ਹ ਡਿਸਕਸ਼ਨ ਕੀਤੀ ਸੀ, ਇੱਕ ਸੈਂਟਰਲ ਟੈਂਡੈਂਸੀ, ਸੈਂਟਰਲ ਵੈਲਿਊ ਜਿਸ ਦੇ ਦੁਆਲੇ ਬਾਕੀ ਸਾਰੀਆਂ ਆਈਟਮਸ ਘੁੰਮਦੀਆਂ ਨੇ, ਮੀਨਸ ਜੋ ਸਾਰੀ ਸੀਰੀਜ਼ ਨੂੰ ਰਿਪਰੈਜ਼ੈਂਟ ਕਰਦੀ ਹੈ। ਇਸ ਨੂੰ ਆਪਾਂ AM ਦੇ ਦੁਆਰਾ ਜਾਂ X ਬਾਰ ਦੇ ਦੁਆਰਾ ਡਿਨੋਟ ਕਰਦੇ ਹਾਂ। ਅਰਿਥਮੈਟਿਕ ਮੀਨ ਨੂੰ ਅਸੀਂ AM ਇਸ ਤਰ੍ਹਾਂ ਵੀ ਲਿਖਦੇ ਹਾਂ, ਜਾਂ ਫਿਰ ਇਸ ਨੂੰ ਅਸੀਂ X ਬਾਰ ਦੇ ਦੁਆਰਾ ਵੀ ਡਿਨੋਟ ਕਰਦੇ ਹਾਂ। ਅਤੇ ਅਰਿਥਮੈਟਿਕ ਮੀਨ ਡਿਸਕ੍ਰੀਟ ਸੀਰੀਜ਼ ਦੇ ਵਿੱਚ ਅਤੇ ਕੰਟੀਨਿਊਸ ਸੀਰੀਜ਼ ਦੇ ਵਿੱਚ ਕਿਸ ਤਰ੍ਹਾਂ ਕੈਲਕੂਲੇਟ ਕੀਤਾ ਜਾਂਦਾ, ਇਹ ਆਪਾਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਡਿਸਕ੍ਰੀਟ ਸੀਰੀਜ਼ ਦੇ ਵਿੱਚ ਦੇਖਾਂਗੇ। ਡਿਸਕ੍ਰੀਟ ਸੀਰੀਜ਼ ਜਿਸ ਦੇ ਵਿੱਚ ਤੁਹਾਨੂੰ ਮੇਨ ਇਨਫੋਰਮੇਸ਼ਨ ਅਤੇ ਉਸ ਇਨਫੋਰਮੇਸ਼ਨ ਦੇ ਨਾਲ ਤੁਹਾਨੂੰ ਉਸਦੀ ਫਰੀਕੁਐਂਸੀ ਵੀ ਦਿੱਤੀ ਹੋਏਗੀ। ਲਾਈਕ ਸਟੂਡੈਂਟਸ ਦੇ ਮਾਰਕਸ ਆਉਂਦੇ ਪਏ ਨੇ ਅਤੇ ਕਿੰਨੇ ਸਟੂਡੈਂਟਸ 'ਤੇ ਆਉਂਦੇ ਪਏ ਨੇ। ਮੰਨ ਲਓ ਅਸੀਂ ਕਹਿੰਦੇ ਹਾਂ ਕਿ ਮਾਰਕਸ 20 ਅਤੇ ਉਹ ਕਿੰਨੇ ਸਟੂਡੈਂਟਸ ਦੇ 20 ਮਾਰਕਸ ਆਉਂਦੇ ਪਏ ਨੇ, 50 ਕਿੰਨੇ ਸਟੂਡੈਂਟਸ ਦੇ 50 ਮਾਰਕਸ ਆਉਂਦੇ ਪਏ ਨੇ। ਮੀਨਸ ਤੁਹਾਡੇ ਕੋਲ ਜਾਂ ਲਾਈਕ ਜੋ ਇੱਥੇ ਐਗਜ਼ਾਮਪਲ ਮੰਨ ਲਓ ਮੈਂ ਲਈ ਹੋਈ ਆ, ਆਪਾਂ ਲਿਖਿਆ ਕਿ ਵੇਜਸ ਆ, ਨੰਬਰ ਆਫ ਵਰਕਰਸ ਆ। 10 ਵੇਜਸ ਆਪਾਂ ਦਿੰਦੇ ਪਏ ਹਾਂ 4 ਵਰਕਰਸ ਨੂੰ, 20 ਵੇਜਸ ਆਪਾਂ ਦਿੰਦੇ ਪਏ ਹਾਂ 5 ਵਰਕਰਸ ਨੂੰ, 30 ਵੇਜਸ ਆਪਾਂ ਦਿੰਦੇ ਪਏ ਹਾਂ 3 ਵਰਕਰਸ ਨੂੰ। ਇਸ ਤਰ੍ਹਾਂ ਮੀਨਸ ਤੁਹਾਡੇ ਕੋਲ ਮੇਨ ਇਨਫੋਰਮੇਸ਼ਨ ਦੇ ਨਾਲ ਉਹਦੀ ਫਰੀਕੁਐਂਸੀ ਵੀ ਹੁੰਦੀ ਹੈ ਕਿ ਕਿੰਨੇ ਟਾਈਮ ਜਿਹੜੀ ਆ ਚੀਜ਼ ਹੋ ਰਹੀ ਹੈ। ਅਤੇ ਡਿਸਕ੍ਰੀਟ ਸੀਰੀਜ਼ ਸਾਡੇ ਕੋਲ ਇਸ ਫੋਰਮ ਦੇ ਵਿੱਚ ਹੁੰਦੀ ਹੈ। ਅਤੇ ਮੰਨ ਲਓ ਹੁਣ ਸਾਡੀ ਇੱਕ ਪ੍ਰੋਬਲਮ ਦਿੱਤੀ ਗਈ ਹੈ ਕਿ ਫਰੋਮ ਦਾ ਫੋਲੋਇੰਗ ਡਾਟਾ ਆਫ ਦੀ ਵੇਜਸ ਅਬਟੇਨਡ ਬਾਏ 19 ਵਰਕਰਸ ਆਫ ਅ ਫੈਕਟਰੀ ਕੈਲਕੂਲੇਟ ਦੀ ਅਰਿਥਮੈਟਿਕ ਮੀਨ। ਵੇਜਸ ਨੂੰ X ਦੇ ਨਾਲ ਡਿਨੋਟ ਕਰਾਂਗੇ ਅਤੇ ਨੰਬਰ ਆਫ ਵਰਕਰਸ ਨੂੰ F ਨਾਲ ਡਿਨੋਟ ਕਰਾਂਗੇ। ਅਤੇ ਵੇਜਸ ਨੂੰ ਆਪਾਂ X ਦੇ ਨਾਲ ਅਤੇ ਨੰਬਰ ਆਫ ਵਰਕਰਸ ਨੂੰ ਫਰੀਕੁਐਂਸੀ ਨੂੰ ਆਪਾਂ F ਨਾਲ ਡਿਨੋਟ ਕਰਾਂਗੇ। ਵੇਜਸ ਸਾਡੇ ਕੋਲ 10 20 30 40 ਐਂਡ 50 ਦਿੱਤੇ ਪਏ ਆ, ਅਤੇ ਫਰੀਕੁਐਂਸੀ ਸਾਡੇ ਕੋਲ 4 5 3 2 ਐਂਡ 5 ਹੈ। ਦੇਖੋ 10 ਦੇ ਵਿੱਚ ਸਾਡੇ ਕੋਲ ਫਰੀਕੁਐਂਸੀ 4 ਹੈ, 20 'ਤੇ 5 ਹੈ, 30 'ਤੇ 3 ਹੈ, ਇਸ ਤਰ੍ਹਾਂ 40 'ਤੇ 2 ਹੈ ਅਤੇ 50 'ਤੇ 5 ਹੈ। ਅਤੇ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਲਾਸਟ ਲੈਕਚਰ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਸਾਡੇ ਕੋਲ 3 ਤਰ੍ਹਾਂ ਦੇ ਮੈਥਡਸ ਨੇ, ਡਾਇਰੈਕਟ ਮੈਥਡ, ਸ਼ਾਰਟਕਟ ਮੈਥਡ ਅਤੇ ਸਟੈਪ ਡੈਵੀਏਸ਼ਨ ਮੈਥਡ। ਡਾਇਰੈਕਟ ਮੈਥਡ ਸਮੇਸ਼ਨ FX ਬਾਏ ਸਮੇਸ਼ਨ F ਹੁੰਦਾ। ਮੈਂ ਫਿਰ ਦੱਸਦਾ ਕਿ ਸਮੇਸ਼ਨ FX ਬਾਏ ਸਮੇਸ਼ਨ F ਹੁੰਦਾ, ਅਤੇ ਸਮੇਸ਼ਨ F ਨੂੰ ਕਈ ਬੁੱਕਸ ਦੇ ਵਿੱਚ N ਵੀ ਲਿਖਿਆ ਹੁੰਦਾ। ਪਰ ਮੈਂ ਦੱਸਦੇ ਹਾਂ ਕਿ ਜਦੋਂ ਵੀ ਕਿਤੇ ਤੁਹਾਨੂੰ ਫਰੀਕੁਐਂਸੀ ਦਿੱਤੀ ਹੋਵੇ ਉੱਥੇ ਸਮੇਸ਼ਨ F ਦਾ N ਦਾ ਮੀਨਿੰਗ ਜਿਹੜਾ ਹੈ ਉਹ ਸਮੇਸ਼ਨ F ਹੀ ਹੋਏਗਾ। ਬੇਸ਼ੱਕ ਉੱਥੇ ਤੁਹਾਨੂੰ N ਹੀ ਲਿਖੀ ਹੋਵੇ, ਪਰ ਜੇ ਫਰੀਕੁਐਂਸੀ ਤੁਹਾਨੂੰ ਨੂਮੈਰੀਕਲ ਦੇ ਵਿੱਚ ਕਿਤੇ ਦਿੱਤੀ ਪਈ ਹੈ ਅਤੇ ਉਹਦਾ ਮਤਲਬ ਸਮੇਸ਼ਨ F ਹੀ ਹੋਏਗਾ। ਅਤੇ ਡਾਇਰੈਕਟ ਮੈਥਡ ਹੈ ਜਿਹੜਾ ਤੁਹਾਡਾ, ਡਾਇਰੈਕਟ ਮੈਥਡ ਦੇ ਵਿੱਚ ਸਮੇਸ਼ਨ FX ਬਾਈ ਸਮੇਸ਼ਨ F, ਅਤੇ ਸਮੇਸ਼ਨ FX ਤੁਸੀਂ F ਅਤੇ X ਨੂੰ ਮਲਟੀਪਲਾਈ ਕਰੋਗੇ ਅਤੇ ਬਾਅਦ ਵਿੱਚ ਉਸਨੂੰ ਐਡ ਕਰ ਲਓਗੇ, ਉਹ ਬਣ ਜਾਏਗਾ ਸਮੇਸ਼ਨ FX। ਦੇਖੋ 10 × 4 40, 20 × 5 100, 30 × 3 90, 40 × 2 80 ਐਂਡ 50 × 5 250। ਅਤੇ ਫਿਰ ਇਸ ਨੂੰ ਐਡ ਕਰਦੇ ਹਾਂ, ਆ ਜਾਂਦਾ 560। ਸੇਮ F ਨੂੰ ਵੀ ਐਡ ਕਰਾਂਗੇ, 5 + 4 + 5 9 + 3 12 + 2 14 + 5 19। ਅਤੇ ਇਸ 550 ਨੂੰ ਆਪਾਂ 19 ਦੇ ਨਾਲ ਡਿਵਾਈਡ ਕਰ ਦਿੰਦੇ ਹਾਂ ਅਤੇ ਸਾਡੇ ਕੋਲ ਆ ਜਾਏਗਾ 29.47। ਠੀਕ ਇਸੇ ਤਰ੍ਹਾਂ ਸ਼ਾਰਟਕਟ ਮੈਥਡ ਦੇ ਵਿੱਚ X ਮੀਨ ਇਜ਼ ਇਕੁਅਲ ਟੂ A ਅਜਿਊਮਡ ਵੈਲਿਊ ਪਲੱਸ ਸਮੇਸ਼ਨ FDX ਓਵਰ ਸਮੇਸ਼ਨ FDX। ਦੇਖੋ DX ਹੋਏਗਾ। DX ਕੀ ਹੁੰਦਾ, ਅਸੀਂ ਲਾਸਟ ਲੈਕਚਰ ਦੇ ਵਿੱਚ ਵੀ ਕੀਤਾ ਸੀ।
ਇਹ ਗਿਵਨ ਐਕਸ ਦੇ ਵਿੱਚੋਂ ਇੱਕ ਅਜਿਊਮਡ ਵੈਲਿਊ ਨੂੰ ਆਪਾਂ ਲੈਸ ਕਰ ਦਿੰਦੇ ਹਾਂ। ਜਿਊਮ ਆਪਾਂ ਕੋਈ ਵੀ ਵੈਲਿਊ ਕਰ ਸਕਦੇ ਹਾਂ, ਇਸ ਦੀ ਹਾਈਐਸਟ ਵੈਲਿਊ ਵੀ, ਲੋਐਸਟ ਵੈਲਿਊ ਵੀ, ਕੋਈ ਮਿਡਲ ਵੈਲਿਊ ਵੀ, ਜੋ ਵੀ ਤੁਸੀਂ ਚਾਹੋ ਕਰ ਸਕਦੇ ਹੋ। ਇੱਥੇ ਆਪਾਂ ਅਜਿਊਮ ਕਰ ਲੈਂਦੇ ਹਾਂ 10। ਇੱਥੇ ਆਪਾਂ ਅਜਿਊਮ ਕਰਦੇ ਹਾਂ ਵੈਲਿਊ 10 ਅਤੇ 10 ਨੂੰ ਆਪਾਂ ਇੱਧਰੋਂ ਐਕਸ ਦੇ ਵਿੱਚੋਂ 10 ਨੂੰ ਲੈਸ ਕਰਾਂਗੇ। 10 ਮਾਈਨਸ 10 0, 20 ਮਾਈਨਸ 10 10, 30 ਮਾਈਨਸ 10 20, 40 ਮਾਈਨਸ 10 30 ਐਂਡ 50 ਮਾਈਨਸ 10 40। ਇਹ ਸਾਡਾ ਡੀ ਐਕਸ ਹੋ ਜਾਂਦਾ ਹੈ। ਡੀ ਐਕਸ ਨੂੰ ਆਪਾਂ ਐਫ ਦੇ ਨਾਲ ਮਲਟੀਪਲਾਈ ਕਰ ਦਾਂਗੇ ਫਰੀਕੁਐਂਸੀ ਦੇ ਨਾਲ। 4 ਇੰਟੂ 0, 5 ਇੰਟੂ 10 550, 3 ਇੰਟੂ 20 60, 2 ਇੰਟੂ 30 60, 5 ਇੰਟੂ 40 200। ਉਸ ਤੋਂ ਬਾਅਦ ਐਫ ਡੀ ਐਕਸ ਨੂੰ ਐਡ ਕਰ ਲੈਂਦੇ ਹਾਂ ਅਤੇ ਆ ਜਾਂਦਾ ਸਾਡੇ ਕੋਲ 370। ਇਸ ਸਮੇਸ਼ਨ ਐਫ ਡੀ ਐਕਸ ਦੀ ਵੈਲਿਊ ਆਪਾਂ ਇੱਥੇ ਫਾਰਮੂਲੇ ਦੇ ਵਿੱਚ ਪੁੱਟ ਕਰਾਂਗੇ। ਅਜਿਊਮਡ ਵੈਲਿਊ ਆਪਾਂ 10 ਲਈ ਹੈ, ਸਮੇਸ਼ਨ ਐਫ ਆਪਣਾ 19 ਹੈ ਅਤੇ ਕੈਲਕੂਲੇਸ਼ਨ ਤੋਂ ਬਾਅਦ 10 ਪਲੱਸ 370/19 ਆ ਜਾਂਦਾ ਹੈ 19.47। ਐਡ ਕਰਨ 'ਤੇ ਆ ਜਾਏਗਾ 29.47। ਠੀਕ ਇਸੇ ਤਰ੍ਹਾਂ ਸਟੈਪ ਡੈਵੀਏਸ਼ਨ ਦਾ ਫਾਰਮੂਲਾ ਦੇਖੋ, a ਪਲੱਸ ਸਮੇਸ਼ਨ ਐਫ ਡੀ ਐਕਸ ਡੈਸ਼ ਓਵਰ ਸਮੇਸ਼ਨ ਐਫ ਇੰਟੂ ਆਈ। ਡੀ ਐਕਸ ਡੈਸ਼ ਕੀ ਹੁੰਦਾ ਮੈਂ ਇੱਥੇ ਦੱਸ ਦੇਣਾ ਚਾਹੁੰਦੀ ਹਾਂ। ਜਦੋਂ ਤੁਸੀਂ ਇਸ ਡੀ ਐਕਸ ਨੂੰ, ਜਿਹੜੀ ਤੁਸੀਂ ਐਕਸ ਮਾਈਨਸ ਏ ਕਰਕੇ ਕੈਲਕੂਲੇਟ ਕੀਤੀ ਹੋਈ ਹੈ, ਇਸ ਪੂਰੀ ਦੀ ਪੂਰੀ ਸੀਰੀਜ਼ ਨੂੰ ਇੱਕ ਨੰਬਰ ਦੇ ਨਾਲ ਡਿਵਾਈਡ ਕਰ ਲੈਂਦੇ ਹੋ। ਲਾਈਕ ਜਿਸ ਤਰ੍ਹਾਂ ਸਾਡੀ ਡੀ ਐਕਸ ਇਹ ਹੈ 0 10 20 30 ਐਂਡ 40, ਇਹ ਪੂਰੀ ਦੀ ਪੂਰੀ ਸੀਰੀਜ਼ ਆਪਾਂ 10 ਦੇ ਨਾਲ ਡਿਵਾਈਡ ਕਰ ਸਕਦੇ ਹਾਂ ਅਤੇ ਤੁਹਾਡਾ ਡੀ ਐਕਸ ਡੈਸ਼ ਆ ਜਾਏਗਾ 0 1 2 3 ਐਂਡ 4। ਅਤੇ ਡੀ ਐਕਸ ਡੈਸ਼ ਨੂੰ ਆਪਾਂ ਐਫ ਨਾਲ ਮਲਟੀਪਲਾਈ ਕਰਾਂਗੇ ਅਤੇ ਸਾਡੀ ਐਫ ਡੀ ਐਕਸ ਆ ਜਾਏਗੀ 0 5 6 6 ਐਂਡ 20। ਐਡ ਕਰਨ 'ਤੇ ਸਾਡੇ ਕੋਲ ਆ ਜਾਏਗਾ 37। ਅਤੇ ਇਸ ਕੈਲਕੂਲੇਟ ਕੀਤੀ ਵੈਲਿਊ ਨੂੰ ਅਸੀਂ ਫਾਰਮੂਲੇ ਦੇ ਵਿੱਚ ਐਡ ਕਰਾਂਗੇ। ਦੇਖੋ ਸਾਡਾ ਅਜਿਊਮਡ ਮੀਨ 10, ਸਮੇਸ਼ਨ ਐਫ ਡੀ ਐਕਸ ਡੈਸ਼ 37, ਸਮੇਸ਼ਨ ਐਫ ਐਕਸ 19 ਇੰਟੂ ਜੋ ਆਪਾਂ ਡੀ ਐਕਸ ਨੂੰ ਜਿਸ ਨੰਬਰ ਦੇ ਨਾਲ ਡਿਵਾਈਡ ਕੀਤਾ 10, ਅਤੇ ਕੈਲਕੂਲੇਸ਼ਨ ਹੈ ਜਿਹੜੀ ਇਹ ਵੀ ਆ ਜਾਂਦੀ ਹੈ ਤੁਹਾਡੀ 2.97। ਬੇਸ਼ੱਕ ਅਸੀਂ ਡਾਇਰੈਕਟ ਮੈਥਡ ਯੂਜ਼ ਕਰਦੇ ਹਾਂ ਤਾਂ ਵੀ ਸਾਡੀ ਜਿਹੜੀ ਵੈਲਿਊ ਆਈ 29.7, ਸ਼ਾਰਟਕਟ ਦੇ ਨਾਲ ਵੀ ਵੈਲਿਊ ਆਈ 29.7 ਐਂਡ ਸਟੈਪ ਡਿਵੀਜ਼ਨ ਦੇ ਨਾਲ ਵੀ ਸਾਡੀ ਵੈਲਿਊ ਆਈ 29.7। ਡਾਇਰੈਕਟ, ਸ਼ਾਰਟਕਟ ਅਤੇ ਸਟੈਪ ਡਿਵੀਜ਼ਨ ਕੋਈ ਵੀ ਮੈਥਡ ਆਪਾਂ ਯੂਜ਼ ਕੀਤਾ ਸਾਡੀ ਵੈਲਿਊ 29.47 ਹੀ ਆ ਰਹੀ ਆ। ਕੋਈ ਵੀ ਮੈਥਡ ਆਪਾਂ ਲਗਾਵਾਂਗੇ ਸਾਡੀ ਵੈਲਿਊ ਜਿਹੜੀ ਆ, ਸਾਡਾ ਜਿਹੜਾ ਆਨਸਰ ਹੈ ਉਹ ਸੇਮ ਰਹਿੰਦਾ ਹੈ। ਇਸੇ ਤਰ੍ਹਾਂ ਹੁਣ ਅਸੀਂ ਕੰਟੀਨਿਊਸ ਸੀਰੀਜ਼ ਦੇਖਾਂਗੇ। ਕੰਟੀਨਿਊਸ ਸੀਰੀਜ਼ ਦੇ ਵਿੱਚ ਸਾਡੇ ਕੋਲ ਡਿਸਕ੍ਰੀਟ ਸੀਰੀਜ਼ ਦੀ ਤਰ੍ਹਾਂ ਹੀ ਫਰੀਕੁਐਂਸੀ ਹੁੰਦੀ ਹੈ ਅਤੇ ਫਰੀਕੁਐਂਸੀ ਦੇ ਨਾਲ ਨਾਲ ਉਸ ਦੇ ਵਿੱਚ ਸਾਡੇ ਕੋਲ ਕਲਾਸ ਇੰਟਰਵਲ ਹੁੰਦੀ ਹੈ। ਮੀਨਸ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਕਿ 20 ਮਾਰਕਸ ਆ ਜਿਹੜੇ ਉਹ 10 ਸਟੂਡੈਂਟਸ ਦੇ ਆ, ਜਾਂ ਆਪਾਂ ਕਹਿੰਦੇ ਹਾਂ 10 to 20 ਮਾਰਕਸ ਇੰਨੇ ਨੰਬਰ ਆਫ ਸਟੂਡੈਂਟਸ ਦੇ ਆ ਗਏ, ਮੰਨ ਲਓ 15 ਦੇ ਆਏ ਜਾਂ 2 ਦੇ ਆਏ ਜਾਂ 5 ਦੇ ਆਏ। ਦੇਖੋ ਇੱਥੇ ਮੈਂ ਦੱਸ ਦਿੰਦੀ ਹਾਂ, ਲਾਈਕ ਕਲਾਸ ਇੰਟਰਵਲ ਹੈ ਸਾਡੀ 0 to 10, ਇਹ ਮਾਰਕਸ ਹੈ। ਮਾਰਕਸ 0 to 10 ਕਿੰਨੇ ਸਟੂਡੈਂਟਸ ਦੇ ਆਉਂਦੇ ਪਏ 20 ਦੇ, 10 to 20 ਆਉਂਦੇ ਪਏ 24 ਦੇ, 20 to 30 ਮਾਰਕਸ ਲੈਂਦੇ ਪਏ ਆ 40 ਸਟੂਡੈਂਟਸ, 30 to 40 ਮਾਰਕਸ ਲੈਂਦੇ ਪਏ ਆ 36 ਸਟੂਡੈਂਟਸ, 40 to 50 ਮਾਰਕਸ ਲੈਂਦੇ ਪਏ ਆ 20 ਸਟੂਡੈਂਟਸ। ਅਤੇ ਫਿਰ ਇਸ ਨੂੰ ਆਪਾਂ ਇਸ ਫਾਰਮ ਦੇ ਵਿੱਚ ਲਿਖ ਲੈਂਦੇ ਹਾਂ, ਕਲਾਸ ਇੰਟਰਵਲ 0 to 10, 10 to 20, 20 to 30, 30 to 40, 40 to 50। ਠੀਕ, ਅਸੀਂ ਫਰੀਕੁਐਂਸੀ ਲਿਖਾਂਗੇ 20, 24, 40, 36 ਐਂਡ 20। ਉਸ ਤੋਂ ਬਾਅਦ ਅਸੀਂ ਮਿਡ ਵੈਲਿਊ ਕੈਲਕੂਲੇਟ ਕਰਦੇ ਹਾਂ। ਮਿਡ ਵੈਲਿਊ ਕਿੱਦਾਂ ਕੈਲਕੂਲੇਟ ਹੁੰਦੀ ਹੈ? ਲੋਅਰ ਲਿਮਟ ਜੋ ਤੁਹਾਡੀ ਲੈਫਟ ਹੈਂਡ ਸਾਈਡ 'ਤੇ ਦਿੱਤੀ ਹੁੰਦੀ ਹੈ ਕਲਾਸ ਇੰਟਰਵਲ 'ਤੇ, ਅਪਰ ਲਿਮਟ ਜੋ ਤੁਹਾਡੀ ਕਲਾਸ ਇੰਟਰਵਲ ਦੀ ਰਾਈਟ ਹੈਂਡ ਸਾਈਡ 'ਤੇ ਦਿੱਤੀ ਹੁੰਦੀ ਹੈ, ਦੋਨਾਂ ਨੂੰ ਐਡ ਕਰ ਦਿਓ। ਲਾਈਕ 0 + 10/2 5, 10 + 20/2 15, 20 + 30/2 25, 30 + 40/2 35, 40 + 50/2 45। ਅਤੇ ਫਰੀਕੁਐਂਸੀ ਸਾਨੂੰ ਦਿੱਤੀ ਪਈ ਹੈ। ਅਤੇ ਇਸ ਤੋਂ ਅੱਗੇ ਦੇਖੋ ਹੁਣ ਸਾਡੇ ਕੋਲ ਐਕਸ ਵੀ ਹੈ, ਜਿਸ ਨੂੰ ਤੁਸੀਂ ਮਿਡ ਵੈਲਿਊ ਵੀ ਕਹਿ ਸਕਦੇ ਹੋ, ਐਮ ਵੀ ਦੇ ਨਾਲ ਵੀ ਨੋਟ ਕਰਦੇ ਉਸਨੂੰ ਐਫ ਦੇ ਨਾਲ ਅਸੀਂ ਉਸਨੂੰ ਮਲਟੀਪਲਾਈ ਕਰਨਾ ਹੋਏਗਾ, ਫਰੀਕੁਐਂਸੀ ਦੇ ਨਾਲ ਉਸਨੂੰ ਮਲਟੀਪਲਾਈ ਕਰਨਾ ਹੋਏਗਾ। ਅਤੇ ਇਸ ਤੋਂ ਅੱਗੇ ਸਾਰਾ ਤਰੀਕਾ, ਸਾਰਾ ਮੈਥਡ ਹੈ ਜੋ ਸੇਮ ਉਹੀ ਰਹਿੰਦਾ ਹੈ ਜੋ ਤੁਹਾਡਾ ਡਿਸਕ੍ਰੀਟ ਸੀਰੀਜ਼ ਦਾ ਹੈ। ਮੈਂ ਇੱਥੇ ਇੱਕ ਦੱਸ ਦਿਆਂ ਤੁਹਾਨੂੰ, ਡਾਇਰੈਕਟ ਮੈਥਡ ਸੇਮ ਉਹੀ, ਸਮੇਸ਼ਨ ਐਫ ਐਕਸ ਬਾਈ ਸਮੇਸ਼ਨ ਐਫ, ਅਸੀਂ ਐਫ ਨੂੰ ਐਕਸ ਦੇ ਨਾਲ ਮਲਟੀਪਲਾਈ ਕਰਾਂਗੇ। 20 × 5 100, ਦੈਨ 360 1000 1260 ਐਂਡ 900। ਇਸ ਨੂੰ ਐਡ ਕਰਦੇ ਹਾਂ 3620 3620 ਅਤੇ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰਦੇ ਹਾਂ ਸਮੇਸ਼ਨ ਐਫ ਐਕਸ ਬਾਈ ਸਮੇਸ਼ਨ ਐਫ, ਅਤੇ ਤੁਹਾਡਾ ਆਨਸਰ ਆ ਜਾਏਗਾ 25.85।
तो ठीक इस तरह तुम शॉर्टकट के लिए देखो मैथड है अपना ए प्लस समेशन एफ डी एक्स बाय समेशन एफ। तो डी एक्स सेम उसी तरीके कैलकुलेट होंगी है एक्स माइनस ए। तो आप ए अज्यूम वैल्यू ले लेंगे हैं 5। तो 5 नूं आपां एक्स दे विचों लैस करांगे, ये आ जाएगा साडा 5 माइनस 5 0 दैन 10 दैन 20 दैन 30 एंड उस तो बाद 40। उस तो बाद इनू भी एफ दे नाल मल्टीप्लाई करांगे तो एफ डी एक्स आ जाएगा। ये कैलकुलेशन एंड दे विच ऐड करन ते साडे को आ रही है 2920 वैल्यू पुट करांगे तो 5 प्लस 2920 बाय 140 आंसर आ जाता 25.85। ठीक इस तरह स्टैप डिवीजन डी एक्स डैश कैलकुलेट करनी है। फॉर्मूला ए प्लस समेशन एफ डी एक्स डैश ओवर समेशन एफ इंटू आई। तो डी एक्स डैश तुसी किस तरह कैलकुलेट करते हो, डी एक्स नूं एक नंबर के नाल डिवाइड करते हैं जो सारी सीरीज़ नूं डिवाइड करता हो। डी एक्स देखो साढ़े को 0 10 20 30 एंड 40 इनू एक नंबर के नाल डिवाइड करते हैं। तो एक नंबर जोड़ा इसनूं सारे डिवाइड करता हो 10 तो इसलिए आ जाता 0 1 2 3 एंड 4 समेशन एफ डी एक्स डैश आ जाता 0 24 80 108 एंड 80 ऐड करांगे 292 हो जाता है। तो वैल्यू पुट करांगे ए 5 समेशन एफ डी एक्स डैश 292 समेशन एफ 140 इंटू 10 एंड दे विच आंसर आ जाएगा साडा 25.85। देखो असी तीनों मैथड्स लगाए हैं तो आंसर साडा तीनों मैथड्स के नाल सेम आया 25.85 25.85 जिहड़ा भी मैथड आपां लगाया सी आंसर साडे कोले सारियां दे विच सेम आ रहा सी। हुण एक स्पैशल केस है जो मैं तुहानूं करवाउण जा रही हां। कई बार जिहड़ी तुहाडी सीरीज़ है हुंदी ते तुहाडी कंटीन्यू सीरीज़ ही है पर वो जिहड़ी है कुछ इंपोर्टेंट पॉइंट मैं तुहानूं दसने आ। ओपन एंडेड फ्रीकुएंसी हुंदी है, ओपन एंडेड तुहाडी कई बार क्लास इंटरवल हुंदी है। लाइक जिस तरह प्रॉब्लम देखो बिलो 30 लिखा होया दैन 30 to 40 40 to 50 50 to 60 एंड अबव 60 लिखा होया। तो बिलो देखो 30 to 40 का गैप कितना है 10, 40 to 50 का गैप कितना है 10, 50 to 60 का गैप कितना है 10। इसलिए जो अबव 60 लिखा होया तो गैप कितना होना 10। तो जो बिलो 30 लिखा होया तो गैप तुसीं 10 का पाना, 30 इज़ द अपर लिमिट। इसलिए एक ही हो जाएगा 20 to 30। इत्थे मैं फिर दसदा कि ये बिलो नूं तुसीं लैस दैन भी लिखा हो सकता तो सेम अबव नूं मोर दैन भी लिखा हो सकता, बिलो तो लैस दैन भी लिखा हो सकता एंड अबव तो मोर दैन भी लिखा हो सकता। इसलिए इत्थे कन्फ्यूजन जिहड़ी है तुहानूं नहीं होनी चाहिए। जो बिलो होएगा तो दिता गया नंबर लाइक इत्थे 30 दिता होया ये तुहाडी अपर लिमिट होएगी। तो जो अबव होएगा तो दिता गया नंबर है जिहड़ा ए 60 ये तुहाडी लोअर लिमिट होएगी। देखो इत्थे 30 है तो 30 तुहाडी अपर लिमिट है, इत्थे 60 है तो 60 है। तो इस केस दे विच 60 तुहाडी जिहड़ी आ वो अपर लिमिट है। इसलिए ये नवीं क्लास इंटरवल तुहाडे को आ गई है। क्लास इंटरवल ठीक उसी तरह की है 20 to 30 30 to 40 40 to 50 50 to 60 60 to 70। दैन उस तो बाद डायरैक्ट मैथड शॉर्टकट मैथड स्टैप डिवीजन मैथड सेम उसी तरीके नाल होणगे। ये मैं तुहाडे लई न्यूमेरिकल छड्डदी हां, तुसीं आप कर लो। बुक दे विच जिहड़ी बुक तुसीं लई है उस दे विच किते भी कोई भी न्यूमेरिकल है जिहड़ा तुसीं करोगे और किते भी किसी भी न्यूमेरिकल दे विच जे तुहाडा आंसर मैच नहीं करदा, जे तुहानूं कोई कैलकुलेशन की प्रॉब्लम आती है तो तुसीं मेरे नाल कंटैक्ट कर सकदे हो। तो इस दे नाल तुहाडा जिहड़ा अरिथमैटिक मीन आ इंडिविजुअल सीरीज़ मैं कल करवाई सी, डिस्क्रीट तो कंटीन्यू सीरीज़ अज हो गई, ओपन एंडेड इंटरवल्स भी हो गई। तो इत्थे तक तुसीं कर लेना है। तो जिथे भी किते प्रॉब्लम आती है तुसीं मैनूं कंटैक्ट कर लेना। थैंक यू।